ਸਤਨਾਮ ਵਾਹਿਗੁਰੂ ਸਾਹਿਬ ਜੀ। ਕਤਿਕ ਕਰਮ ਕਮਾਵਨੇ, ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਕਤਿਕ ਕਰਮ ਕਮਾਵਨੇ, ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਵੇ ਮੁਖ ਹੋਏ RAM ਤੇ, ਲਗਨ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਬਿਯੋਗ। ਨਾਨਕ ਕਉ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨ ਸੇਹ ਸਭੇ ਸੋਚ। ਨਾਨਕ ਕਉ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨ ਸੇਹ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡ ਭਾਗੇ ਹੋ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਨਾਮ ਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰਾਂ ਦੀ ਕਿਰਪਾ ਦੇ ਦੁਆਰਾ ਅੱਜ ਕੱਤਕ ਮਹੀਨਾ ਪ੍ਰਾਰੰਭ ਹੋਇਆ ਹੈ। ਕੱਤਕ ਮਹੀਨੇ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ ਆਪ ਜੀਆਂ ਨੇ ਕੱਤਕ ਮਹੀਨੇ ਦਾ ਮੂਲ ਪਾਠ 12 ਮਹਾ ਮਾਝ ਦੇ ਵਿੱਚੋਂ ਸਰਵਨ ਕੀਤਾ ਹੈ। ਆਓ ਜਿੰਨਾ ਕੁ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਆਪਾਂ ਸੰਖੇਪ ਰੂਪ ਦੇ ਅੰਦਰ ਸਤਿਗੁਰਾਂ ਦੀ ਪਵਿੱਤਰ ਬਾਣੀ ਵਿੱਚੋਂ ਕੱਤਕ ਮਹੀਨੇ ਦੇ ਰਾਹੀਂ ਜੋ ਸਤਿਗੁਰਾਂ ਨੇ ਸਾਡਾ ਕਲਯੁਗੀ ਜੀਵਾਂ ਦਾ ਭਲਾ ਕਰਨ ਵਾਸਤੇ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ, ਸੰਗਤ ਜੀ ਆਪਣੀਆਂ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਇਸ ਸ਼ਬਦ ਦੀ ਵਿਚਾਰ ਦੇ ਨਾਲ, ਇਸ ਕੱਤਕ ਮਹੀਨੇ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਆਓ ਸੰਖੇਪ ਰੂਪ ਵਿੱਚ ਸਮਝੀਏ। ਮਹਾਰਾਜ ਕਿਰਪਾ ਕਰਦੇ ਨੇ। ਕੱਤਕ ਕਰਮ ਕਮਾਵਨੇ, ਦੋਸ ਨਾ ਕਾਹੂ ਜੋਗ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਕੱਤਕ ਦੇ ਮਹੀਨੇ ਰਾਹੀਂ ਇਹ ਉਪਦੇਸ਼ ਹੈ ਕਿ ਜੀਵ ਨੇ ਆਪਣੇ ਜੀਵਨ ਵਿੱਚ ਕਰਮ ਆਪ ਕਮਾਉਣੇ ਨੇ ਤੇ ਇਹਦੇ ਵਿੱਚ ਕਿਸੇ ਦੂਸਰੇ ਦਾ ਦੋਸ਼ ਕੋਈ ਨਹੀਂ। ਬੰਦੇ ਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਹੀ ਲੇਖਾ ਦੇਣਾ ਪੈਣਾ ਹੈ, ਆਪਣੇ ਕੀਤੇ ਹੋਏ ਕਰਮਾਂ ਦਾ ਫਲ ਭੋਗਣਾ ਪੈਣਾ ਹੈ। ਇਸ ਲਈ ਮਹਾਰਾਜ ਕਹਿਣ ਲੱਗੇ, ਭਾਈ ਆਪ ਹੀ ਕਰਮ ਕਰਨੇ ਨੇ। ਭਾਵ ਇਸ ਸਰੀਰ ਰੂਪੀ ਖੇਤ ਦੇ ਅੰਦਰ ਨਾ
ਕਰਮਾਂ ਦਾ ਬੀਜ ਵੀ ਬੰਦਿਆ ਤੂੰ ਆਪ ਬੀਜਣਾ ਤੇ ਇਹਦਾ ਫਲ ਵੀ ਤੈਨੂੰ ਖੁਦ ਨੂੰ ਖਾਣਾ ਪੈਣਾ ਹੈ। ਗੁਰੂ ਨਾਨਕ ਦੇਵ ਜੀ ਦੇ ਬਚਨ ਪੜ੍ਹੋ, ਆਪੇ ਬੀਜ ਆਪੇ ਹੀ ਖਾਹੋ। ਮਹਾਰਾਜ ਕਹਿੰਦੇ ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ। ਮਹਾਰਾਜ ਕਹਿਣ ਲੱਗੇ ਪੁੰਨੀ ਤੇ ਪਾਪੀ ਇਹ ਕੋਈ ਅਖਾਣ ਨਹੀਂ, ਇਹ ਕੋਈ ਮੁਹਾਵਰਾ ਨਹੀਂ। ਚੰਗੇ ਸ਼ੁਭ ਕਰਮ ਕਰਨ ਵਾਲੇ ਨੂੰ ਪੁੰਨੀ ਆਖਿਆ ਜਾਂਦਾ ਹੈ ਤੇ ਮੰਦੇ ਕਰਮ ਕਰਨ ਵਾਲੇ ਨੂੰ ਪਾਪੀ ਆਖਿਆ ਜਾਂਦਾ ਹੈ। ਇਸ ਲਈ ਮਹਾਰਾਜ ਕਹਿਣ ਲੱਗੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ। ਮਹਾਰਾਜ ਕਹਿਣ ਲੱਗੇ ਬੰਦਿਆ ਤੇਰੇ ਚੰਗੇ ਤੇ ਮੰਦੇ ਕਰਮਾਂ ਦਾ ਫਲ ਤੈਨੂੰ ਆਪ ਹੀ ਭੋਗਣਾ ਪੈਣਾ। ਮਹਾਰਾਜ ਕਹਿੰਦੇ ਕਤਕ ਕਰਮ ਕਮਾਵਨੇ ਦੋਸ਼ ਨਾ ਕਾਹੂ ਜੋਗ। ਇਹਦੇ ਵਿੱਚ ਕਿਸੇ ਦੂਸਰੇ ਦਾ ਦੋਸ਼ ਨਹੀਂ। ਆਪਾਂ ਬਾਣੀ ਵਿੱਚੋਂ ਬਚਨ ਪੜ੍ਹਦੇ ਹਾਂ, ਦਾਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਮਹਾਰਾਜ ਕਹਿਣ ਲੱਗੇ ਜੋ ਤੂੰ ਕੀਤਾ ਆ ਨਾ, ਫਲ ਤੈਨੂੰ ਤੇਰੇ ਕੀਤੇ ਹੋਏ ਕਰਮਾਂ ਦਾ ਮਿਲ ਰਿਹਾ ਹੈ, ਇਹਦੇ ਵਿੱਚ ਕਿਸੇ ਦੂਸਰੇ ਨੂੰ ਦੋਸ਼ ਨਾ ਦੇ। ਮਹਾਰਾਜ ਕਹਿੰਦੇ ਦੋਸ਼ ਨਾ ਦੀਜੈ ਕਾਹੂ ਲੋਗ, ਜੋ ਕਮਾਵਨ ਸੋਈ ਭੋਗ। ਮਹਾਰਾਜ ਕਹਿੰਦੇ ਭਾਈ ਕਿਸੇ ਨੂੰ ਦੋਸ਼ ਨਾ ਦੇ, ਤੇਰੇ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਹੈ, ਜੋ ਤੂੰ ਬੀਜਿਆ ਉਹ ਤੈਨੂੰ ਵੱਢਣਾ ਪੈਣਾ ਹੈ। ਬਾਬਾ ਫਰੀਦ ਜੀ ਨੇ ਨਾ ਬੜੇ ਸੋਹਣੇ ਢੰਗ ਤਰੀਕੇ ਦੇ ਨਾਲ ਸਮਝਾਇਆ। ਉਹ ਕਹਿਣ ਲੱਗੇ ਵੀ ਹੁਣ ਜ਼ਿਮੀਂਦਾਰ ਆਪਣੇ ਖੇਤ ਵਿੱਚ ਬੀਜ ਕਿਕਰਾਂ ਦੇ ਬੀਜੇ ਤੇ ਚਾਹਵੇ ਇਹ ਵੀ ਇਹਦੇ ਵਿੱਚੋਂ ਬਜੌਰ ਸ਼ਹਿਰ ਦੀਆਂ ਦਾਖਾਂ ਮੈਨੂੰ ਮਿਲ ਜਾਣ। ਬਾਬਾ ਜੀ ਕਹਿਣ ਲੱਗੇ ਨਹੀਂ ਭਾਈ, ਉੱਨ ਭੇਡਾਂ ਦੀ ਕੱਤਦਾ ਆ ਤੇ ਚਾਹੁੰਦਾ ਆ ਰੇਸ਼ਮ ਦੇ ਕੱਪੜੇ ਮੈਨੂੰ ਪਾਉਣ ਨੂੰ ਮਿਲ ਜਾਣ। ਕਹਿਣ ਲੱਗੇ ਇਹ ਕਦੇ ਨਹੀਂ ਹੋ ਸਕਦਾ। ਬਾਬਾ ਫਰੀਦ ਜੀ ਦੇ ਬਚਨ ਪੜ੍ਹਦੇ ਆ, ਫਰੀਦਾ ਲੋੜੇ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਏਂ ਦਾ, ਪੈਂਦਾ ਲੋੜੇ ਪਟ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਉ। ਜਿਹੜੇ ਬੀਜ ਬੀਜਦਾ ਉਹ ਤਾਂ ਜ਼ਹਿਰ ਦੇ ਬੀਜ ਰਿਹਾ ਹੈ ਤੇ ਚਾਹੁੰਦਾ ਹੈ ਉਹਦੇ ਵਿੱਚੋਂ ਅੰਮ੍ਰਿਤ ਮਿਲ ਜਾਏ। ਭਾਵ ਕਰਮ ਮਾੜੇ ਕਰ ਰਿਹਾ ਹੈ ਤੇ ਫਲ ਚੰਗਾ ਚਾਹੁੰਦਾ ਹੈ, ਇਹਦੇ ਵਿੱਚੋਂ ਨਹੀਂ ਜੇ ਮਿਲਣਾ। ਪਾਪ ਕਰਮ ਕਮਾ ਕੇ ਬੰਦਾ ਚਾਹੇ ਮੇਰੇ ਜੀਵਨ ਵਿੱਚ ਸੁੱਖ ਆ ਜਾਏ। ਮਹਾਰਾਜ ਕਹਿਣ ਲੱਗੇ ਨਹੀਂ, ਕਤਕ ਕਰਮ ਕਮਾਵਨੇ ਦੋਸ਼ ਨਾ ਕਾਹੂ ਜੋਗ। ਆਪ ਹੀ ਤੂੰ ਕਰਮ ਕਮਾ ਰਿਹਾ, ਇਹਦੇ ਵਿੱਚ ਕਿਸੇ ਦੂਸਰੇ ਦਾ ਦੋਸ਼ ਨਹੀਂ। ਅੱਗੇ ਮਹਾਰਾਜ ਕਹਿੰਦੇ ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਤੇ ਜਿਹੜਾ ਵਾਹਿਗੁਰੂ ਪਰਮੇਸ਼ਵਰ ਨੂੰ ਭੁੱਲ ਜਾਂਦਾ ਹੈ, ਗੁਰੂ ਦੇ ਨਾਲੋਂ ਟੁੱਟ ਜਾਂਦਾ ਹੈ, ਮਹਾਰਾਜ ਕਹਿਣ ਲੱਗੇ ਉਹਨੂੰ ਸਾਰੇ ਰੋਗ, ਤਨ ਦੇ ਰੋਗ ਤੇ ਮਨ ਦੇ ਰੋਗ, ਸਾਰੇ ਹੀ ਰੋਗ ਵਿਆਪ ਜਾਂਦੇ ਨੇ, ਭਾਵ ਲੱਗ ਜਾਂਦੇ ਨੇ। ਜਿਹੜਾ ਵਾਹਿਗੁਰੂ ਪਰਮੇਸ਼ਵਰ ਨੂੰ ਭੁੱਲ ਜਾਂਦਾ ਹੈ, ਤਾਂ ਹੀ ਸਤਿਗੁਰੂ ਕਹਿੰਦੇ ਸਤਿਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ, ਅਨ ਦਿਨ ਮਾਰੀਐ ਦੁੱਖ ਸਬਾਇਆ। ਮੱਥੇ ਕਾਲੇ ਮਹਿਲ ਨਾ ਪਾਵੇ, ਦੁੱਖ ਹੀ ਵਿੱਚ ਦੁੱਖ ਪਾਏਂਦਾ। ਸਤਿਗੁਰੂ ਜੀ ਕਹਿੰਦੇ ਦੁਹਾਗਨੀ ਕਿਆ ਨਿਸ਼ਾਨੀਆਂ, ਖਸਮੋਂ ਕੁੱਥੀਆਂ ਫਿਰਹਿ ਨਿਮਾਣੀਆਂ। ਮੈਲੇ ਵੇਸ ਤਿਨਾ ਕਾਮਨੀ, ਦੁਖੀ ਰੈਨ ਵਿਹਾਏ ਜੀਓ। ਉਹਨਾਂ ਦੀ ਰਾਤ ਜਿਹੜੀ ਜ਼ਿੰਦਗੀ ਰੂਪੀ ਰਾਤ ਉਹ ਵੀ ਦੁੱਖਾਂ ਵਿੱਚ ਲੰਘਦੀ ਏ। ਜਿਹੜੇ ਸਤਿਗੁਰੂ ਤੋਂ ਟੁੱਟ ਗਏ, ਸਤਿਗੁਰੂ ਨੂੰ ਭੁੱਲ ਗਏ। ਇਸ ਲਈ ਮਹਾਰਾਜ ਕਹਿੰਦੇ ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਤਨ ਕਰਕੇ ਵੀ ਰੋਗੀ ਤੇ ਮਨ ਕਰਕੇ ਵੀ ਉਹ ਜੀਵ ਰੋਗੀ ਹੋ ਜਾਂਦੇ ਨੇ। ਵੇ ਮੁਖ ਹੋਏ RAM ਤੇ ਲਗਨ ਜਨਮ ਵਿਜੋਗ। ਤੇ ਜਿਹੜੇ ਵਾਹਿਗੁਰੂ ਪਰਮੇਸ਼ਵਰ ਸਤਿਗੁਰੂ ਤੋਂ ਬੇਮੁਖ ਹੋ ਗਏ ਨਾ, ਤੇ ਮਹਾਰਾਜ ਕਹਿੰਦੇ ਉਹਨਾਂ ਨੂੰ ਜਨਮਾਂ ਜਨਮਾਂ ਦਾ ਵਿਛੋੜਾ ਪੈ ਜਾਂਦਾ ਹੈ। ਉਹਨਾਂ ਦੇ ਜੀਵਨ ਵਿੱਚ ਕਦੇ ਸੁੱਖ ਨਹੀਂ।
ਜਨਮਾਂ ਜਨਮਾਂ ਦਾ ਲੰਬਾ ਵਿਛੋੜਾ ਪੈ ਜਾਂਦਾ ਹੈ। ਤਾਂ ਹੀ ਮਹਾਰਾਜ ਕਹਿੰਦੇ ਸਤਿਗੁਰ ਤੇ ਜੋ ਮੂੰਹ ਫੇਰੇ, ਮੱਥੇ ਤਿਨ ਕਾਲੇ ਅਨ ਦਿਨ ਦੁੱਖ, ਕਮਾਵਦੇ ਨਿਤ ਜੋਹੇ ਜਮ ਜਾਲੇ। ਜਾਂ ਆਪਾਂ ਪੜ੍ਹਦੇ ਹਾਂ, ਜੇ ਕੋ ਗੁਰ ਤੇ ਵੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਮੁਕਤ ਨਾ ਪਾਏ ਹੋਰ ਤੈ ਕਿਤੈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਕਹਿਣ ਲੱਗੇ ਅਨੇਕਾਂ ਜੂਨਾਂ ਵਿੱਚ ਭਰਮ ਕੇ ਵੀ ਆਵੇ, ਗੁਰੂ ਤੋਂ ਬਿਨਾ ਮੁਕਤੀ ਨਹੀਂ ਮਿਲਣੀ। ਜਿਹੜਾ ਬੰਦਾ ਗੁਰੂ ਤੋਂ ਬੇਮੁਖ ਹੋਇਆ, ਮਹਾਰਾਜ ਕਹਿਣ ਲੱਗੇ ਭਾਈ ਸਤਿਗੁਰ ਤੇ ਜੋ ਮੂੰਹ ਫੇਰੇ, ਤੇ ਵੇਮੁਖ ਬੁਰੇ ਦਿਸਨ, ਅਨ ਦਿਨ ਬੱਧੇ ਮਾਰੀਅਨ, ਫਿਰ ਵੇਲਾ ਨਾ ਲਹਨ। ਸੁਪਨੇ ਸੁਖ ਨਾ ਦੇਖਣੀ, ਬਹੁ ਚਿੰਤਾ ਪਰ ਜਾਲੇ। ਉਹਨਾਂ ਦੇ ਜੀਵਨ ਵਿੱਚ ਕਦੇ ਸੁਖ ਨਹੀਂ। ਜਿਹੜੇ ਸਤਿਗੁਰੂ ਤੋਂ ਵਿਛੜ ਗਏ, ਸਤਿਗੁਰੂ ਤੋਂ ਬੇਮੁਖ ਹੋ ਗਏ, ਉਹਨਾਂ ਦੇ ਜੀਵਨ ਵਿੱਚ ਕਦੇ ਖੇੜਾ ਨਹੀਂ। ਮਹਾਰਾਜ ਕਹਿੰਦੇ ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ। ਜਿਹੜਾ ਗੁਰੂ ਨਾਲੋਂ ਬੇਮੁਖ ਹੋ ਗਿਆ ਨਾ, ਮਨਮੁਖ ਬੰਦਾ, ਮਹਾਰਾਜ ਕਹਿੰਦੇ ਇੰਜ ਸਮਝੋ ਵੀ ਜਿਵੇਂ ਦੁੱਖਾਂ ਦਾ ਖੇਤ ਹੀ ਹੈ। ਦੁੱਖਾਂ ਦੀ ਖੇਤੀ ਬੀਜੀ ਤੇ ਦੁੱਖ ਹੀ ਪੈਦਾ ਹੋ ਰਿਹਾ। ਇਸ ਲਈ ਮਹਾਰਾਜ ਕਹਿੰਦੇ ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਤੇ ਜਦੋਂ ਬੰਦਾ ਪਰਮਾਤਮਾ ਨਾਲੋਂ ਟੁੱਟ ਜਾਂਦਾ, ਬੇਮੁਖ ਹੋ ਜਾਂਦਾ ਨਾ, ਆ ਜਿੰਨੇ ਮਾਇਆ ਦੇ ਪਦਾਰਥ ਨੇ, ਬੰਦਾ ਧਨਵਾਨ ਹੋਵੇ, ਮਾਇਆ ਨਾਲ ਪਦਾਰਥ ਖਰੀਦ ਲੈ, ਪਰ ਇਹ ਇੱਕ ਖਿੰਨ ਦੇ ਵਿੱਚ ਸਭ ਕੁਝ ਦੁੱਖਦਾਈ ਹੋ ਜਾਂਦਾ ਹੈ। ਜਦੋਂ ਬੰਦਾ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਪਰਮਾਤਮਾ ਨਾਲੋਂ ਟੁੱਟ ਜਾਂਦਾ ਹੈ। ਸੁੱਖ ਦੇ ਸਾਧਨ ਬੜੇ ਨੇ, ਪਰ ਸੁੱਖ ਕੋਲ ਕੋਈ ਨਹੀਂ। ਖਿੰਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਜਿੰਨੇ ਵੀ ਮਾਇਆ ਦੇ ਪਦਾਰਥ ਨੇ, ਇੱਕ ਖਿੰਨ ਵਿੱਚ ਕੌੜੇ ਹੋ ਜਾਂਦੇ ਨੇ। ਕੌੜੇ ਤੋਂ ਭਾਵ ਦੁੱਖਦਾਈ ਹੋ ਜਾਂਦੇ ਨੇ। ਸਾਰੀਆਂ ਸੁੱਖ ਸਹੂਲਤਾਂ, ਸਾਰੇ ਸਾਧਨ ਜਿਹੜੇ ਮਾਇਆ ਦੇ ਨਾਲ ਖਰੀਦੇ, ਉਹ ਬੰਦੇ ਦੇ ਕੋਲ ਪਏ ਹੁੰਦੇ ਨੇ, ਪਰ ਉਹ ਵੀ ਬੁਰੇ ਲੱਗਦੇ ਨੇ, ਦੁੱਖਦਾਈ ਲੱਗਦੇ ਨੇ। ਉਹ ਵੀ ਡਾਕਟਰ ਕਹਿੰਦੇ ਵੀ ਇਹ ਚੀਜ਼ ਤੂੰ ਨਹੀਂ ਵਰਤਣੀ, ਇਹ ਪਦਾਰਥ ਤੂੰ ਨਹੀਂ ਖਾਣਾ, ਨਹੀਂ ਤਾਂ ਤੇਰੀ ਮੌਤ ਹੈ। ਉਹ ਸਾਰੀਆਂ ਚੀਜ਼ਾਂ ਦੁੱਖਦਾਈ ਭਾਸਦੀਆਂ। ਮਹਾਰਾਜ ਕਹਿੰਦੇ ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ਼। ਹੁਣ ਕਿਸੇ ਦੇ ਕੋਲ ਰੋਇਆ, ਆਪਣਾ ਦੁੱਖ ਕਿਸੇ ਨੂੰ ਦੱਸਿਆ। ਮਹਾਰਾਜ ਕਹਿਣ ਲੱਗੇ ਬੰਦਿਆ ਕੁਝ ਪ੍ਰਾਪਤ ਨਹੀਂ ਹੋਣਾ। ਕੋਈ ਬੰਦਾ ਐਸਾ ਨਹੀਂ ਜਿਹੜਾ ਵਿਚੋਲਗੀ ਕਰੇ ਕਿ ਤੈਨੂੰ ਰੱਬ ਨਾਲੋਂ ਟੁੱਟੇ ਹੋਏ ਨੂੰ ਜਿਹੜਾ ਦੁੱਖ ਮਿਲਿਆ, ਇਸ ਦੁੱਖ ਨੂੰ ਕੱਟ ਸਕੇ, ਇਹਦੇ ਵਿੱਚ ਕੋਈ ਵਿਚੋਲਗੀ ਕਰ ਸਕੇ। ਮਹਾਰਾਜ ਕਹਿਣ ਲੱਗੇ ਕੋਈ ਵੀ ਐਸਾ ਨਹੀਂ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਹੁਣ ਕਿਸੇ ਦੇ ਕੀਤਿਆਂ ਕੁਝ ਨਹੀਂ ਹੋ ਸਕਦਾ। ਤੇਰੇ ਧੁਰ ਤੋਂ ਸੰਜੋਗ ਹੀ ਇਦਾਂ ਦੇ ਲਿਖੇ ਹੋਏ, ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀਅੜੇ ਪਾਸ। ਜਿਹੋ ਜਿਹੇ ਧੁਰ ਤੋਂ ਕਰਮ ਲਿਖਾ ਕੇ ਆਇਆ ਹੈ, ਮਹਾਰਾਜ ਕਹਿਣ ਲੱਗੇ ਉਹ ਤੈਨੂੰ ਭੋਗਣਾ ਪੈਣਾ। ਕਿਸੇ ਦੇ ਕੀਤਿਆਂ ਕੁਝ ਨਹੀਂ ਹੋ ਸਕਦਾ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਵਿਯੋਗ। ਹਾਂ ਜੇ ਵੱਡੇ ਤੇਰੇ ਭਾਗ ਜਾਗਣ ਤੇ ਤੈਨੂੰ ਗੁਰੂ ਦਾ, ਸਤਿਗੁਰੂ ਦਾ ਮਿਲਾਪ ਹੋ ਜਾਏ, ਤੇ ਤੇਰੇ ਜਿਹੜੇ ਸਾਰੇ ਵਿਯੋਗ ਨੇ, ਝੋਰੇ ਨੇ, ਚਿੰਤਾਵਾਂ ਨੇ, ਫਿਕਰ ਨੇ, ਤੇਰੇ ਸਾਰੇ ਦੁੱਖ ਕੱਟੇ ਜਾ ਸਕਦੇ ਨੇ ਜੇ ਤੈਨੂੰ ਵੱਡਿਆਂ ਭਾਗਾਂ ਦੇ ਨਾਲ ਗੁਰੂ ਦਾ ਮਿਲਾਪ ਹੋ ਜਾਏ। ਜਿਹਨੂੰ ਮਹਾਰਾਜ ਕਹਿੰਦੇ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਮਹਾਰਾਜ ਕਹਿਣ ਲੱਗੇ ਸਹਿਸ ਸਿਆਣਪ ਲਿਆ ਨਾ ਜਾਈਐ, ਨਾਨਕ ਐਸਾ ਗੁਰ ਵਡਭਾਗੀ ਪਾਈਐ। ਮਹਾਰਾਜ ਕਹਿੰਦੇ ਹਜ਼ਾਰਾਂ ਸਿਆਣਪਾਂ ਤੇਰੇ ਕੋਲ ਹੋਵਨ, ਪਰ ਹਜ਼ਾਰਾਂ ਸਿਆਣਪਾਂ ਦੇ ਬਾਵਜੂਦ ਵੀ ਤੂੰ ਸਤਿਗੁਰੂ ਤੇ ਸਤਿਗੁਰੂ ਦੀ ਕਿਰਪਾ ਪ੍ਰਾਪਤ ਨਹੀਂ ਕਰ ਸਕਦਾ। ਇਹ ਤਾਂ ਵੱਡਿਆਂ ਭਾਗਾਂ ਦੇ ਨਾਲ ਗੁਰੂ ਦੀ ਪ੍ਰਾਪਤੀ, ਗੁਰੂ ਦੀ ਕਿਰਪਾ ਹੋਣੀ।
ਮਹਾਰਾਜ ਕਹਿਣ ਲੱਗੇ ਤੇਰੇ ਸਾਰੇ ਝੋਰੇ ਸਾਰੇ ਵਿਯੋਗ ਉਤਰ ਜਾਣਗੇ। ਨਾਨਕ ਕਉ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਸਤਿਗੁਰੂ ਜੀ ਕਹਿੰਦੇ ਅਰਦਾਸ ਕਰਿਆ ਕਰ, ਤੇਰੇ ਕੋਲ ਇੱਕੋ ਇੱਕ ਵਸੀਲਾ ਆ ਕਿ ਤੂੰ ਗੁਰੂ ਦੇ ਅੱਗੇ ਅਰਦਾਸ ਕਰਿਆ ਕਰ। ਬੰਧਨਾਂ ਤੋਂ ਮੁਕਤ ਕਰਨ ਵਾਲੇ, ਬੰਦ ਖਲਾਸੀ ਕਰਾਉਣ ਵਾਲੇ ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਰੱਖ ਲੇਵੋ, ਕਿਉਂਕਿ ਮੇਰੇ ਕੋਲ ਕੋਈ ਸ਼ੁਭ ਗੁਣ ਨਹੀਂ। ਕਿਰਪਾ ਕਰ, ਬੇਨਤੀ ਕਰੋ ਸਤਿਗੁਰੂ ਜੀ ਮੈਨੂੰ ਆਪਣੇ ਚਰਨਾਂ ਵਿੱਚ ਰੱਖ ਲਓ, ਆਪਣੇ ਚਰਨਾਂ ਦੇ ਨਾਲ ਜੋੜ ਲਓ। ਮੇਲ ਲਹਿਓ ਦਇਆਲ, ਢਹਿ ਪਏ ਦੁਆਰਿਆ ਰੱਖ ਲੇਵੋ ਦੀਨ ਦਇਆਲ। ਭ੍ਰਮਤ ਬਹੁ ਹਾਰਿਆ, ਬੇਨਤੀ ਕਰਿਆ ਕਰਕੇ ਰਾਖੋ ਰਾਖਨਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਬੇਨਤੀ ਕਰਿਆ ਕਰ ਹਾ ਹਾਂ ਪ੍ਰਭ ਰਾਖ ਲੇਹੋ। ਹਮ ਤੇ ਕਿਛੂ ਨਾ ਹੋਏ ਮੇਰੇ ਸੁਆਮੀ, ਕਰ ਕਿਰਪਾ ਆਪਣਾ ਨਾਮ ਦੇਹੋ। ਮਹਾਰਾਜ ਕਿਰਪਾ ਕਰਕੇ ਸਾਨੂੰ ਰੱਖ ਲਓ। ਗਰੀਬ ਹਾਂ, ਨਿਮਾਣੇ ਹਾਂ, ਨਿਤਾਣੇ ਹਾਂ, ਔਗਣ ਹਾਰੇ ਜੀਵ ਹਾਂ। ਸਤਿਗੁਰੂ ਜੀ ਸ਼ੁਭ ਕਰਮ ਕੋਈ ਨਹੀਂ ਕੀਤਾ, ਔਗਣਾਂ ਦੇ ਨਾਲ ਭਰੇ ਹਾਂ। ਹਮ ਅਵਗੁਣ ਭਰੇ, ਏਕ ਗੁਣ ਨਾਹੀ। ਅੰਮ੍ਰਿਤ ਛਾੜ ਵਿਖੈ ਵਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾਈ, ਇਕ ਉਤਮ ਪੰਥ ਸੁਨਿਓ ਗੁਰ ਸੰਗਤ। ਤੇਹ ਮਿਲੰਤ ਜਮ ਤਰਾਸ ਮਿਟਾਈ, ਇਕ ਅਰਦਾਸ ਪਾਠ ਕੀਰਤ ਕੀ। ਗੁਰ ਰਾਮਦਾਸ ਰਾਖੋ ਸਰਨਾਈ, ਇਹ ਬੇਨਤੀ ਕਰਿਆ ਕਰ। ਕਤਕ ਹੋਵੇ ਸਾਧ ਸੰਗ, ਬਿਨ ਸੇ ਸਭੇ ਸੋਚ। ਮਹਾਰਾਜ ਕਹਿਣ ਲੱਗੇ ਕਤਕ ਦੇ ਮਹੀਨੇ ਰਾਈ, ਹੇ ਜੀਵ ਤੈਨੂੰ ਇਹ ਉਪਦੇਸ਼ ਏ। ਆ ਕਤਕ ਦਾ ਮਹੀਨਾ ਆ ਤੇਰਾ ਮਨੁੱਖਾ ਜਨਮ। ਜੇ ਇਸ ਮਨੁੱਖਾ ਜਨਮ ਦੇ ਅੰਦਰ ਤੈਨੂੰ ਸਾਧ ਸੰਗਤ ਦੀ ਪ੍ਰਾਪਤੀ ਹੋ ਜਾਏ, ਜੇ ਤੂੰ ਗੁਰੂ ਕੀ ਸੰਗਤ ਵਿੱਚ ਆਉਣਾ ਸ਼ੁਰੂ ਕਰ ਦੇ ਨਾ, ਤੇਰੇ ਸਾਰੇ ਵਿਜੋਗ, ਤੇਰੀਆਂ ਸਾਰੀਆਂ ਚਿੰਤਾਵਾਂ, ਤੇਰੇ ਸਾਰੇ ਝੋਰੇ ਮਿਟ ਜਾਣ। ਗੁਰੂ ਕੀ ਸੰਗਤ ਵਿੱਚ ਆਇਆ ਕਰ। ਜਿਹਨੂੰ ਮਹਾਰਾਜ ਕਹਿਣ ਲੱਗੇ ਨਾਮ ਸਿਮਰ ਚਿੰਤਾ ਸਭ ਜਾਹੇ। ਤੂੰ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਿਆ ਕਰ, ਤੇਰੀਆਂ ਸਾਰੀਆਂ ਚਿੰਤਾਵਾਂ ਕੱਟੀਆਂ ਜਾਣਗੀਆਂ, ਤੇਰੇ ਸਾਰੇ ਦੁੱਖ ਕੱਟੇ ਜਾਣਗੇ। ਸੱਚ ਜਾਣਿਓ ਗੁਰੂ ਤੇ ਗੁਰੂ ਦਾ ਨਾਮ ਦੁੱਖਾਂ ਨੂੰ ਕੱਟਣ ਵਾਲਾ ਹੈ, ਚਿੰਤਾਵਾਂ ਨੂੰ ਕੱਟਣ ਵਾਲਾ ਹੈ। ਗੁਰਮੁਖੋ ਆਪਾਂ ਰੋਜ਼ ਪੜ੍ਹਦੇ ਹਾਂ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਦੁੱਖਾਂ ਨੂੰ ਕੱਟਣ ਵਾਲਾ ਦੀਨ ਦਰਦ ਦੁੱਖ ਭੰਜਨਾ। ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਸਤਿਗੁਰੂ ਜੀ ਕਿਰਪਾ ਕਰਨ। ਸਮੇਂ ਦੀ ਸਮਾਪਤੀ ਹੈ। ਇਹ ਸੰਖੇਪ ਜੀ ਵਿਚਾਰ ਆਪ ਸੰਗਤਾਂ ਦੇ ਸਾਹਮਣੇ ਰੱਖੀ ਹੈ। ਕਿਰਪਾ ਕਰੋ ਸਤਿਗੁਰੂ ਜੀ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ ਦੇਣੀ, ਅੱਗੇ ਤੋਂ ਸਮਤ ਬਖਸ਼ਣੀ। ਇਹ ਵਿਚਾਰਾਂ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵਨ। ਗੁਰੂ ਜੀ ਕਿਰਪਾ ਕਰਨ। ਕੱਤਕ ਦਾ ਮਹੀਨਾ ਸਮੂਹ ਸਾਧ ਸੰਗਤ ਲਈ ਸੁਖਦਾਈ, ਖੁਸ਼ੀਆਂ ਤੇ ਖੇੜਿਆਂ ਦੇ ਨਾਲ ਬਤੀਤ ਕਰਾਉਣ। ਸਤਿਗੁਰੂ ਜੀ ਕਿਰਪਾ ਕਰਨ। ਸਭਨਾਂ ਨੂੰ ਚੜ੍ਹਦੀ ਕਲਾ ਦੇ, ਅਰੋਗਤਾ ਤੰਦਰੁਸਤੀ ਦੀਆਂ ਦਾਤੀਆਂ ਬਖਸ਼ਿਸ਼ ਕਰਨ। ਸਭਨਾਂ ਦੇ ਘਰਾਂ ਵਿੱਚ, ਸਭਨਾਂ ਦੇ ਮਨਾਂ ਵਿੱਚ ਸਤਿਗੁਰੂ ਜੀ ਆਪ ਵਸਣ ਤੇ ਸਭਨਾਂ ਨੂੰ ਚੜ੍ਹਦੀ ਕਲਾ, ਨਿਤਨੇਮ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਦੇ ਹੋਏ ਸਾਧ ਸੰਗਤ ਜੀ ਫਤਿਹ ਦੀ ਸਾਂਝ ਕਰੋ। ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।